1928 ਦੇ ਵਿੱਚ ਇਹ ਦੁਕਾਨ ਮੇਰੇ ਦਾਦੇ ਲੇਟ ਸ਼੍ਰੀ ਸ਼ੰਕਰ ਜੀ ਨੇ ਸ਼ੁਰੂ ਕੀਤੀ ਸੀ ਜੀ। ਦੁੱਧ ਤੋਂ ਕੰਮ ਤੋਂ ਸ਼ੁਰੂ ਕੀਤਾ ਸਰ ਉਹਨੇ। ਦੁੱਧ ਤੋਂ ਬਣੀਆਂ ਆਈਟਮਾਂ, ਜਿਵੇਂ ਉਸ ਟਾਈਮ ਤੋਂ ਸਰ ਆਈਟਮਾਂ ਘੱਟ ਹੁੰਦੀਆਂ ਸੀ, ਜਿਵੇਂ ਦੁੱਧ, ਦਹੀਂ, ਖੋਆ, ਪਨੀਰ ਵਗੈਰਾ। ਜੀ। ਜਿਵੇਂ ਸਮਾਂ ਬਦਲਦਾ ਗਿਆ ਆਈਟਮਾਂ ਵੱਧਦੀਆਂ ਗਈਆਂ। ਸਰ ਜਿਹੜਾ ਕੇਸਰ ਵਾਲਾ ਦੁੱਧ ਮੇਰੇ ਫਾਦਰ ਸਾਹਿਬ ਨੇ ਸ਼ੁਰੂ ਕੀਤਾ ਸੀ, ਲੇਟ ਸ਼੍ਰੀ ਰਾਮਨਾਥ ਜੀ ਨੇ। ਉਹਨਾਂ ਨੂੰ ਕਿਤੇ ਇੱਕ ਨੁਕਤਾ ਮਿਲਿਆ ਸੀ ਕੇਸਰ ਵਾਲੇ ਦੁੱਧ ਦਾ। ਇਹ ਤੁਸੀਂ ਬਥੇਰੀ ਜਗ੍ਹਾ ਕਵਰ ਵੀ ਕੀਤਾ ਹੋਊਗਾ, ਦੇਖਿਆ ਵੀ ਹੋਊਗਾ ਕਿ ਆਲ ਓਵਰ ਇੰਡੀਆ ਕੜੀਆਂ ਦੁੱਧ ਦੀਆਂ ਬਹੁਤ ਲੱਗਦੀਆਂ ਕੇਸਰ ਵਾਲੀ। ਪਰ ਜਿਹੜਾ ਕੇਸਰ ਦਾ ਸਹੀ ਫਾਰਮੂਲਾ ਮੇਰੇ ਫਾਦਰ ਸਾਹਿਬ ਕੋਲ ਸੀਗਾ ਉਹ। ਸਰ ਜਿਵੇਂ ਅੱਜ ਕੱਲ੍ਹ ਕਰੋਨਾ ਚੱਲਦਾ ਪਿਆ, ਜੇ ਆਪਾਂ ਕੋਈ ਦੇਸੀ ਇਮਿਊਨਿਟੀ ਬੂਸਟਰ ਦੀ ਗੱਲ ਕਰੀਏ, ਇਸ ਤੋਂ ਵਧੀਆ ਸਰ ਦੇਸੀ ਇਮਿਊਨਿਟੀ ਬੂਸਟਰ ਨਹੀਂ ਕੋਈ ਹੋ ਸਕਦਾ ਅੱਜ ਦੀ ਡੇਟ। ਸਭ ਤੋਂ ਵਧੀਆ ਚੀਜ਼ ਸਰ ਇਹ ਹੈ। ਜਿਹੜਾ ਸਰ ਜਿਹੜਾ ਪਲੇਨ ਹੈ ਇਹ 12 ਮਹੀਨੇ 30 ਦਿਨ ਲੱਗਦਾ ਜੀ। ਇਹ ਪਲੇਨ ਕੜਾ ਜਿਹਨੂੰ ਪੰਜਾਬੀ ਕਹਿੰਦੇ ਕੜਿਆ ਦੁੱਧ, ਇਹ 12 ਮਹੀਨੇ 30 ਦਿਨ ਹੁੰਦਾ ਸਰ ਮੇਰੇ ਕੋਲ। ਰੈੱਡ ਰੰਗ ਦਾ ਹੋਇਆ ਪਿਆ, ਕੜਿਆ ਹੋਇਆ, ਕਾੜਨੀ ਵਾਲਾ ਦੁੱਧ ਜਿਹਨੂੰ ਜਿਹਨੂੰ ਪੰਜਾਬੀ ਕਹੀਏ ਸਰ ਆਪਾਂ। ਇਹ ਉਹ ਕੜਿਆ ਹੋਇਆ। ਹਾਂਜੀ ਇਹ ਸਰ ਸਿਰਫ ਸਰਦੀਆਂ ਆਪਾਂ ਪਿਲਾਉਂਦੇ ਹਾਂ ਜੀ। ਇਹ ਸ਼ੁੱਧ ਆ ਬਾਈ? ਬਿਲਕੁਲ ਸਰ। ਠੀਕ ਹੈ। ਕਿੰਨੇ ਕੁ ਦਾ ਹੋਊਗਾ ਡੱਬੀ 'ਚ? ਕਿੰਨੇ ਕੁ ਦਾ ਕੇਸਰ ਹੈ ਸਰ 1 ਗ੍ਰਾਮ ਡੱਬੀ ਦੀ ਹੁੰਦੀ ਸਰ ਇਹ। ਇਹ ਕਿੰਨੇ ਕੁ ਦੀ ਹੋਊਗੀ? ਜੋ ਸਰ ਅੱਜ ਦਾ ਰੇਟ ਹੈਗਾ 180 ਰੁਪਏ ਡੱਬੀ ਸਰ ਇਹਦਾ। ਇਹ ਪੌਣੇ 200 ਦੀ ਡੱਬੀ ਆ। ਹਾਂਜੀ ਸਰ 1 ਗ੍ਰਾਮ ਦੀ ਉਹ ਵੀ। 1 ਗ੍ਰਾਮ ਸਿਰਫ 1 ਗ੍ਰਾਮ ਦੀ ਸਰ। 6.5 ਪੌਣੇ 7 ਦੁੱਧ ਰੱਖਦੇ ਦਾ ਕਾੜਨਾ, ਰਾਤ ਦੇ 9:30 ਤੱਕ ਇੱਦਾਂ ਹੀ ਚੱਲਦਾ ਰਹਿੰਦਾ ਆਪਣਾ। ਠੀਕ ਹੈ। ਕਿੰਨਾ ਦੁੱਧ ਪੈ ਗਿਆ, ਕੀ ਹਿਸਾਬ ਕਿਤਾਬ ਹੈ ਸਰ, ਕਦੀ ਮਿਹਨਤੀ ਨਹੀਂ ਕੀਤੀ ਸਰ ਆਪਾਂ ਅੱਜ ਤੱਕ। ਅਮੂਮਨ ਜਾਮਣ ਕਿਲੋ 'ਚ 22 ਤੋਂ 24 ਪੀਸ ਚੜ੍ਹਦੇ ਆ। ਜਿਹੜੀ ਭਾਜੀ ਸਾਡੀ ਜਾਮਣ ਹੈ ਇਹ ਕਿਲੋ 'ਚ 11-12 ਪੀਸ ਦੀ ਐਵਰੇਜ ਹੈ। ਤੇ ਫਾਦਰ ਸਾਹਿਬ ਆਪਣੇ ਸਾਬਕਾ ਰਾਸ਼ਟਰਪਤੀ ਰਹੇ ਨੇ ਸ਼ੰਕਰ ਦਿਆਲ ਸ਼ਰਮਾ ਜੀ, ਉਹਦੀ ਦੋਹਤਰੀ ਦੇ ਵਿਆਹ 'ਚ ਕੰਮ ਕਰਕੇ ਆਏ ਨੇ। ਕੀ ਬਾਤ ਹੈ। ਹਾਂਜੀ ਇੱਦਾਂ ਹੀ ਆਪਣੇ ਇੱਕ ਭਲਵਾਨ ਜੀ ਸੀਗੇ ਸੈਲੀਬ੍ਰਿਟੀ ਦਾਰਾ ਸਿੰਘ ਜੀ, ਉਹਨਾਂ ਦੀ ਚੰਡੀਗੜ੍ਹ 'ਤੇ ਦਾਰਾ ਸਟੂਡੀਓ ਦੀ ਓਪਨਿੰਗ ਜਦੋਂ ਹੋਈ ਸੀ, ਉਦੋਂ ਵੀ ਮੇਰੇ ਫਾਦਰ ਸਾਹਿਬ ਕੇਸਰ ਵਾਲਾ ਦੁੱਧ ਤੇ ਲੱਸੀ ਪਿਲਾ ਕੇ ਆਏ ਸੀ ਉੱਥੇ। ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ, ਮੈਂ ਮਨਜੋਤ ਮਾਜਰਾ। ਠੰਡ ਦੇ ਦਿਨਾਂ 'ਚ ਤੁਹਾਡਾ ਸਵਾਗਤ ਕਰਦਾ ਹਾਂ। ਠੰਡ ਦੇ ਦਿਨ ਮੈਂ ਇਸ ਕਰਕੇ ਕਿਹਾ ਕਿਉਂਕਿ ਠੰਡ ਬਹੁਤ ਜ਼ਿਆਦਾ ਆ, ਅਥਾਹ ਠੰਡ ਆ। ਰੈੱਡ ਅਲਰਟ ਜਿਹੜਾ ਮੌਸਮ ਵਿਭਾਗ ਵੱਲੋਂ ਜਾਰੀ ਆ, ਤੇ ਰੈੱਡ ਅਲਰਟ ਦੇ ਵਿੱਚ ਇੰਨੀ ਠੰਡ ਦੇ ਵਿੱਚ ਤੁਹਾਨੂੰ ਉੱਪਰੋਂ ਆਪਾਂ ਬਹੁਤ ਕੱਪੜੇ ਪਾਉਨੇ ਹਨ ਤਾਂ ਕਿ ਜੋ ਠੰਡ ਘਟੇ। ਤੇ ਦੋ ਚੀਜ਼ਾਂ ਨਾਲ ਠੰਡ ਘਟ ਸਕਦੀ ਆ, ਉੱਪਰੋਂ ਵੱਧ ਕੱਪੜੇ ਪਾਉਣ ਨਾਲ, ਤੇ ਜਦੋਂ ਢਿੱਡ 'ਚ ਗਰਮ ਚੀਜ਼ ਪਾਉਨੇ ਆ ਤਾਂ। ਤੇ ਜਦੋਂ ਮੈਂ ਗਰਮ ਚੀਜ਼ ਦੀ ਗੱਲ ਕੀਤੀ ਆ ਤਾਂ ਦੁੱਧ ਯਾਦ ਆਉਂਦਾ। ਦੁੱਧ ਵੀ ਐਸਾ ਵੈਸਾ ਨਹੀਂ, ਕੇਸਰ ਵਾਲਾ। ਤੁਸੀਂ ਦੇਖ ਰਹੇ ਹੋ ਵੱਡੇ ਵੱਡੇ ਪਤੀਲੇ ਮੇਰੇ ਸਾਹਮਣੇ ਪਏ ਆ, ਔਰ ਲੁਧਿਆਣੇ ਦੀ ਫੇਮਸ ਦੁਕਾਨ ਆ। ਐਸੀ ਵੈਸੀ ਦੁਕਾਨ ਨਹੀਂ, 95 ਸਾਲ ਪੁਰਾਣੀ ਦੁਕਾਨ ਆ। ਇਹ ਮੈਂ ਨਹੀਂ ਕਹਿੰਦਾ, ਬਾਈ ਹੁਣੀ ਸਾਰੀ ਜਾਣਕਾਰੀ ਦੇਣਗੇ। ਆਓ ਚਲਿਏ ਬਾਈ ਜੀ ਕੋਲ। ਬਾਈ ਜੀ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਹੈ ਜੀ? ਬਹੁਤ ਵਧੀਆ ਮਾਂ, ਤੁਸੀਂ ਸੁਣਾਓ? ਸੌਰੀ ਤਾਂ ਕਿਉਂਕਿ ਤੁਹਾਨੂੰ ਡਿਸਟਰਬ ਕੀਤਾ, ਤੁਹਾਡੇ ਗਾਹਕਾਂ ਦੇ ਵਿੱਚ ਵਿਘਨ ਪਾਇਆ। ਕੋਈ ਨਹੀਂ ਭਾਜੀ। ਕੀ ਹਾਲ ਚਾਲ ਆ? ਬਹੁਤ ਵਧੀਆ ਭਾਜੀ। ਸਿਹਤ ਤਾਂ ਐਨ ਵਧੀਆ ਜੀ। ਆ ਕੇਸਰ ਵਾਲਾ ਦੁੱਧ ਪੀਵਾਂਗੇ ਤਾਂ ਸਿਹਤ ਤਾਂ ਵਧੀਆ ਹੋਣੀ ਵੀ ਆ। ਬਿਲਕੁਲ ਭਾਜੀ। ਅੱਜ ਮੈਂ ਸੋਚਿਆ, ਮੈਂ ਕਿਹਾ ਤੁਸੀਂ ਤਾਂ ਪੀਂਦੇ ਹੋ ਨਾਲੇ ਪਿਉਨੇ ਹੋ, ਮੈਂ ਵੀ ਪੀਣਾ ਤੇ ਪੀਊਂਗਾ ਵੀ, ਔਰ ਮੈਂ ਸੋਚਦਾ ਵੀ ਆਪਣੇ ਦਰਸ਼ਕਾਂ ਨੂੰ ਵੀ ਪਿਆਇਆ ਜਾਵੇ ਦੁੱਧ। ਬਿਲਕੁਲ ਜੀ ਬਿਲਕੁਲ। ਤੇ ਜਾਣਕਾਰੀ ਦਿਓ ਕਿੰਨਾ ਕੁ ਦੁੱਧ ਲੱਗ ਜਾਂਦਾ? ਪਿਓਰਿਟੀ ਦੀ ਸ਼ੋਰਿਟੀ ਆ? ਬਿਲਕੁਲ ਭਾਜੀ, ਪਿਓਰਿਟੀ ਛੋਟੀ ਕਰ ਸਾਨੂੰ 1928 ਦੇ ਬੈਠੇ ਆ ਸਰ। ਕੀ ਬਾਤ ਹੈ। 1928 ਦੇ ਵਿੱਚ ਇਹ ਦੁਕਾਨ ਮੇਰੇ ਦਾਦੇ ਲੇਟ ਸ਼੍ਰੀ ਸ਼ੰਕਰ ਜੀ ਨੇ ਸ਼ੁਰੂ ਕੀਤੀ ਸੀ ਜੀ। ਦੁੱਧ ਤੋਂ ਕੰਮ ਤੋਂ ਸ਼ੁਰੂ ਕੀਤਾ ਸਰ ਉਹਨੇ। ਦੁੱਧ ਤੋਂ ਬਣੀਆਂ ਆਈਟਮਾਂ, ਜਿਵੇਂ ਉਸ ਟਾਈਮ ਤੋਂ ਸਰ ਆਈਟਮਾਂ ਘੱਟ ਹੁੰਦੀਆਂ ਸੀ, ਜਿਵੇਂ ਦੁੱਧ, ਦਹੀਂ, ਖੋਆ, ਪਨੀਰ ਵਗੈਰਾ। ਜੀ। ਜਿਵੇਂ ਸਮਾਂ ਬਦਲਦਾ ਗਿਆ ਆਈਟਮਾਂ ਵੱਧਦੀਆਂ ਗਈਆਂ। ਜਦੋਂ ਮੇਰੇ ਫਾਦਰ ਸਾਹਿਬ ਇਹ ਕੰਮ ਦੇ ਵਿੱਚ ਆਏ, ਜੀ। ਉਹਦਾ ਲੇਟ ਸ਼੍ਰੀ ਰਾਮਨਾਥ ਜੀ ਕਹਿ ਸਕਦੇ ਹਾਂ, ਐਕਸਪਾਇਰ ਹੋ ਗਏ ਮੇਰੇ ਫਾਦਰ ਸਾਹਿਬ। ਫਾਦਰ ਸਾਹਿਬ ਵੀ ਐਕਸਪਾਇਰ ਹੋ ਗਏ ਜੀ? ਹਾਂਜੀ, ਮੇਰੇ ਫਾਦਰ ਸਾਹਿਬ ਵੀ ਐਕਸਪਾਇਰ ਹੋ ਗਏ ਨੇ ਜੀ। ਉਹਨਾਂ ਨੇ ਕੇਸਰ ਦਾ ਦੁੱਧ ਦਾ ਕੰਮ ਸ਼ੁਰੂ ਕੀਤਾ ਸਭ ਤੋਂ ਪਹਿਲਾਂ ਪੰਜਾਬ ਦੇ ਵਿੱਚ। ਇਹ ਪਹਿਲਾਂ ਦੁਕਾਨ ਸੀ, ਕਿੱਥੋਂ ਸ਼ੁਰੂ ਕੀਤਾ ਸੀ? ਇੱਥੇ ਹੀ ਸੀ ਜਾਂ ਕਿੱਦਾਂ? ਨਹੀਂ ਸਰ, ਪਹਿਲੀ ਸਾਡੀ ਜੋ ਜੱਦੀ ਪੁਸ਼ਤੀ ਦੁਕਾਨ ਹੀ ਹੈ ਸਰ ਸਾਡੀ। ਮਤਲਬ ਜੱਦੀ ਪੁਸ਼ਤੀ ਦੁਕਾਨ 'ਚ ਹੀ ਖੋਲੀ ਸੀਗੀ? ਹਾਂਜੀ ਇੱਥੇ ਹੀ ਹੈ ਸਰ। 1928 ਦੇ ਬੈਠੇ ਸਰ, ਮੈਂ 3rd ਜਨਰੇਸ਼ਨ ਆ ਇਹ। ਤੁਸੀਂ ਤੀਜੀ ਪੀੜ੍ਹੀ ਹੋ ਉਹਨਾਂ ਦੀ। ਦਾਦਾ ਜੀ ਨਾਲ ਗੱਲਬਾਤ ਹੋਈ ਕਦੇ? ਹਾਂ ਸਰ, ਉਸ ਟਾਈਮ ਤਾਂ ਬਹੁਤ ਛੋਟਾ ਸੀਗਾ। ਇਹ ਕਹਿ ਸਕਦੇ ਹੋ ਕਿ ਜੋ ਮਾੜੀ ਮੋਟੀ ਪੁਰਾਣੀਆਂ ਯਾਦਾਂ ਯਾਦ ਨੇ ਕਿ ਉਹਦਾ ਦਾਦਾ ਜੀ ਦੀ ਗੁੜਤੀ ਯਾਦਾਂ ਹੈਗੀਆਂ ਨੇ ਵਿੱਚ? ਹਾਂਜੀ ਸਰ, ਥੋੜੀ ਬਹੁਤੀ ਯਾਦ ਤਾਂ ਹੈਗੀ ਹੈ ਸਰ। ਲੱਗ ਰਿਹਾ ਤੁਸੀਂ ਨੱਤੀਆਂ ਵੀ ਪਾਈਆਂ ਨੇ, ਮੈਨੂੰ ਲੱਗਦਾ ਦਾਦਾ ਜੀ ਨੇ ਵੀ ਪਾਈਆਂ ਹੋਣਗੀਆਂ। ਨਹੀਂ ਸਰ, ਮੈਂ ਹੀ ਆਪਣੇ ਘਰ ਸਭ ਤੋਂ ਪਹਿਲਾਂ ਨੱਤੀਆਂ ਪਾਈਆਂ ਜੀ। ਨਹੀਂ, ਇਹ ਵੀ ਵਿਰਾਸਤ ਆ ਸਾਡੇ ਬਜ਼ੁਰਗਾਂ ਦੀ, ਹੈ ਨਾ? ਬਿਲਕੁਲ ਸਰ, ਬਿਲਕੁਲ। ਤੇ ਕਿੱਦਾਂ ਚੱਲ ਰਿਹਾ ਕੰਮ ਕਾਰ ਬਾਈ?
ਕੰਮਕਾਰ ਤੁਹਾਡੇ ਭਰਾਵਾਂ ਦਾ ਆਸ਼ੀਰਵਾਦ ਹੈ, ਲੋਕਾਂ ਦਾ ਪਿਆਰ ਹੈ, ਵਧੀਆ ਚੱਲਦਾ ਪਿਆ। ਕੇਸਰ ਵਾਲਾ ਦੁੱਧ ਪੈ ਕੇ ਠੰਡ ਦੂਰ ਕਰੀ ਜਾ ਰਹੇ ਹੋ ਲੋਕਾਂ ਦੀ, ਹਨਾ? ਬਿਲਕੁਲ ਇਹ ਤੁਹਾਨੂੰ ਦੱਸਣ ਲੱਗਾ ਸਰ, ਜਿਹੜਾ ਕੇਸਰ ਵਾਲਾ ਦੁੱਧ ਮੇਰੇ ਫਾਦਰ ਸਾਹਿਬ ਨੇ ਸ਼ੁਰੂ ਕੀਤਾ ਸੀ ਲੇਟ ਸ਼੍ਰੀ ਰਾਮਨਾਥ ਜੀ ਨੇ। ਜੀ। ਉਹਨਾਂ ਨੂੰ ਕਿਤੇ ਇੱਕ ਨੁਕਤਾ ਮਿਲਿਆ ਸੀ ਕੇਸਰ ਵਾਲੇ ਦੁੱਧ ਦਾ। ਜੀ। ਇਹ ਤੁਸੀਂ ਬਥੇਰੀ ਜਗ੍ਹਾ ਕਵਰ ਵੀ ਕੀਤਾ ਹੋਊਗਾ, ਦੇਖਿਆ ਵੀ ਹੋਊਗਾ ਕਿ ਆਲ ਓਵਰ ਇੰਡੀਆ ਕੜੀਆਂ ਦੁੱਧ ਦੀਆਂ ਬਹੁਤ ਲੱਗਦੀਆਂ ਕੇਸਰ ਵਾਲੀ। ਪਰ ਜਿਹੜਾ ਕੇਸਰ ਦੁੱਧ ਦਾ ਸਹੀ ਫਾਰਮੂਲਾ ਮੇਰੇ ਫਾਦਰ ਸਾਹਿਬ ਕੋਲ ਸੀਗਾ, ਉਹ ਜਿਹਦੇ ਦੱਸੋਗੇ ਮਾੜਾ ਜਿਹਾ? ਨਹੀਂ ਸਰ, ਲਾਈਵ ਨਹੀਂ ਮੈਂ ਦੱਸ ਸਕਦਾ, ਸੌਰੀ। ਫਿਰ ਜਨਾ ਫਾਰਮੂਲਾ ਨਾ ਦੱਸੋ, ਵੈਸੇ ਹੀ ਕੋਈ ਖਾਸੀਅਤ ਤਾਂ ਦੱਸ ਦਿਓ ਇਹਨਾਂ ਦੀ। ਖਾਸੀਅਤ ਸਿਆਲ ਦੇ ਦੇਖੋ। ਵਿੱਚ ਸਿਆਲ ਦੇ ਦਿਨ ਨੇ, ਇੰਨੀ ਠੰਡ ਆ, ਇਹ ਦੁੱਧ ਜਿਹੜਾ ਬਚਾਉਂਦਾ ਆ ਸਿਆਲ ਤੋਂ। ਬਿਲਕੁਲ ਸਰ, ਜਿਵੇਂ ਅੱਜ ਕੱਲ੍ਹ ਕਰੋਨਾ ਚੱਲਦਾ ਪਿਆ, ਜੇ ਆਪਾਂ ਕੋਈ ਦੇਸੀ ਇਮਿਊਨਿਟੀ ਬੂਸਟਰ ਦੀ ਗੱਲ ਕਰੀਏ, ਇਸ ਤੋਂ ਵਧੀਆ ਸਰ ਦੇਸੀ ਇਮਿਊਨਿਟੀ ਬੂਸਟਰ ਨਹੀਂ ਕੋਈ ਹੋ ਸਕਦਾ ਅੱਜ ਦੀ ਡੇਟ। ਸਭ ਤੋਂ ਵਧੀਆ ਚੀਜ਼ ਸਰ ਇਹ ਹੈ। ਮਤਲਬ ਕੇਸਰ ਵਾਲਾ ਦੁੱਧ ਜਿਹੜਾ ਵਾ ਇਮਿਊਨਿਟੀ ਬੂਸਟ ਕਰਦਾ ਆ, ਤਾਕਤ ਵਧਾਉਂਦਾ ਆ ਸਾਡੀ। ਬਿਲਕੁਲ ਬਿਲਕੁਲ ਸਰ, ਠੀਕ ਹੈ। ਇਹ ਸਰ ਬੋਡੀ ਨੂੰ ਬਹੁਤ ਜਲਦੀ ਬੂਸਟ ਅਪ ਕਰਦਾ ਹੈ। ਠੀਕ ਹੈ। ਹੁਣ ਜੇ ਮਤਲਬ ਠੰਡ ਦੇ ਵਿੱਚੋਂ ਕੋਈ ਆਵੇ ਕੰਬਦਾ ਜਿਹਾ, ਇਹ ਦੁੱਧ ਇੱਕ ਗਲਾਸ ਸੱਟੇ ਸਾਰਾ ਦਿਨ ਪਾ ਰਿਹਾ। ਬਿਲਕੁਲ ਸਰ, ਬਿਲਕੁਲ। ਬਾਕੀ ਸਰ ਅੰਦਰੂਨੀ ਵੀ ਜਾਨ ਵੀ ਹੋਣੀ ਚਾਹੀਦੀ ਬੰਦੇ ਦੀ, ਕੱਲਾ ਦੁੱਧ ਵੀ ਕੀ ਕਰੂਗਾ ਤੇ। ਨਹੀਂ, ਦੁੱਧ ਤਾਂ ਠੀਕ ਆ, ਅੰਦਰੂਨੀ ਜਾਨ ਤਾਂ ਹੁੰਦੀ ਆ ਹਰੇਕ 'ਚ। ਬਿਲਕੁਲ ਬਿਲकुल ਭਾਈ। ਦੇਖ ਕੇ ਨਾ ਕਹੋ ਵੀ ਮੈਂ ਕਮਜ਼ੋਰ ਜਿਹਾ ਵਾਂ ਯਾਰ। ਨਹੀਂ ਨਹੀਂ ਭਾਜੀ, ਨਹੀਂ ਨਹੀਂ। ਠੀਕ ਆ। ਹਾਂਜੀ। ਕਿਹੜੀ ਕਿਹੜੀ ਆਈਟਮ ਆਪਣੇ ਕੋਲੇ ਦੁੱਧ ਦੀ? ਇਹ ਦੋ ਨੇ ਮੈਨੂੰ ਦੇਖ ਰਿਹਾ। ਜਿਹੜਾ ਸਰ ਜਿਹੜਾ ਪਲੇਨ ਹੈ ਇਹ 12 ਮਹੀਨੇ 30 ਦਿਨ ਲੱਗਦਾ ਜੀ। ਅੱਛਾ। ਇਹ ਪਲੇਨ ਕੜਾ ਜਿਹਨੂੰ ਪੰਜਾਬੀ ਕਹਿੰਦੇ ਆ ਕੜਿਆ ਦੁੱਧ, ਇਹ 12 ਮਹੀਨੇ 30 ਦਿਨ ਹੁੰਦਾ ਸਰ ਮੇਰੇ ਕੋਲ। ਇਹ ਰੈੱਡ ਰੰਗ ਦਾ ਹੋਇਆ ਪਿਆ, ਕੜਿਆ ਹੋਇਆ, ਕਾੜਨੀ ਵਾਲਾ ਦੁੱਧ ਜਿਹਨੂੰ ਕਾੜ ਨਹੀਂ ਜਿਹਨੂੰ ਪੰਜਾਬੀ ਕਹੀਏ ਸਰ ਆਪਾਂ। ਇਹ ਉਹ ਕੜਿਆ ਹੋਇਆ। ਹਾਂਜੀ। ਇਹ ਸਰ ਸਿਰਫ ਸਰਦੀਆਂ ਆਪਾਂ ਪਿਲਾਉਂਦੇ ਹਾਂ ਜੀ। ਜਾਂ ਵਿਆਹ ਵਾਲੇ ਘਰ ਜਿਵੇਂ ਉੱਥੇ ਸਰਵ ਕਰਦੇ ਹਾਂ ਅਸੀਂ। ਇਹ ਸਰ ਕੇਸਰ ਵਾਲਾ ਦੁੱਧ, ਕੇਸਰ ਡਰਾਈ ਫਰੂਟ। ਆ ਉੱਪਰ ਡਰਾਈ ਫਰੂਟ ਪਿਆ ਤੇ ਕੇਸਰ ਪਿਆ। ਹਾਂਜੀ ਸਰ। ਠੀਕ ਹੈ। ਕੇਸਰ ਸਾਨੂੰ ਵੈਸੇ ਹੀ ਦਿਖਾਓਗੇ? ਅਸੀਂ ਦਿਖਾ ਦਈਏ ਮਾੜਾ ਜਿਹਾ ਵੀ ਜੇ ਪਿਆ ਹੋਵੇ ਕੇਸਰ ਕਿਹੋ ਜਿਹਾ ਹੁੰਦਾ, ਦੇਖ ਲਈਏ ਦੋਸਤੋ। ਖੋਲ ਲਿਆ ਦੋਸਤੋ ਕੇਸਰ, ਇਹ ਆ ਅਸਲੀ, ਇਹ ਸ਼ੁੱਧ ਆ ਬਾਈ? ਬਿਲਕੁਲ ਸਰ। ਠੀਕ ਹੈ। ਕਿੰਨੇ ਕੁ ਦਾ ਹੋਊਗਾ ਡੱਬੀ 'ਚ? ਕਿੰਨੇ ਕੁ ਦਾ ਕੇਸਰ ਹੈ ਸਰ 1 ਗ੍ਰਾਮ ਡੱਬੀ ਦੀ ਹੁੰਦੀ ਸਰ ਇਹ। ਇਹ ਕਿੰਨੇ ਕੁ ਦੀ ਹੋਊਗੀ? ਜੋ ਸਰ ਅੱਜ ਦਾ ਰੇਟ ਹੈਗਾ 180 ਰੁਪਏ ਡੱਬੀ ਸਰ ਇਹਦਾ। ਇਹ ਪੌਣੇ 200 ਦੀ ਡੱਬੀ ਆ। ਹਾਂਜੀ ਸਰ, 1 ਗ੍ਰਾਮ ਦੀ ਉਹ ਵੀ। 1 ਗ੍ਰਾਮ ਸਿਰਫ 1 ਗ੍ਰਾਮ ਦੀ ਸਰ। ਇਹ ਗਲਾਸ 'ਚ ਕਿੰਨਾ ਕੁ ਪੈ ਜਾਂਦਾ? ਸਰ ਗਲਾਸ ਦਾ ਹਿਸਾਬ ਨਹੀਂ ਸਰ, ਕਿਲੋ ਦਾ ਹਿਸਾਬ ਨਾਲ ਚੱਲੀਦਾ, ਕੁਆਂਟਲ ਦਾ ਹਿਸਾਬ ਨਾਲ ਸਰ। ਕਦੀ ਗਲਾਸ ਦੇ ਹਿਸਾਬ ਨਾਲ ਚੱਲੇ ਨਹੀਂ ਕਦੀ ਅੱਜ ਤੱਕ ਕਦੀ ਆਪਾਂ। ਠੀਕ ਹੈ। ਮਤਲਬ ਕੁਆਂਟੀਟੀ ਦਾ ਕੋਈ ਹਿਸਾਬ ਨਹੀਂ, ਵੈਸੇ ਹੀ ਪੁੱਛਦਾ ਮੈਂ, ਅੰਦਾਜ਼ਨ ਕਿੰਨਾ ਕੁ ਦੁੱਧ ਲੱਗ ਜਾਂਦਾ? ਅੰਦਾਜ਼ਨ ਇੱਦਾਂ ਸਰ, ਜਿਵੇਂ ਆਪਾਂ ਸਵੇਰੇ 5:30 ਦੁਕਾਨ ਖੋਲ੍ਹ ਲਈ ਦੀ ਹੈ ਜੀ। 5:30 ਸਵੇਰੇ? ਹਾਂਜੀ ਸਰ। ਉਸ ਤੋਂ ਬਾਅਦ ਸਰ ਅਸੀਂ ਇਹ ਕਹਿ ਸਕਦੇ ਹਾਂ ਕਿ 6:30 ਪੌਣੇ 7 ਦੁੱਧ ਰੱਖਦੇ ਦਾ ਕਾੜਨਾ। ਹਾਂ। ਰਾਤ ਦੇ 9:30 ਤੱਕ ਅੱਧੇ ਚੱਲਦਾ ਰਹਿੰਦਾ ਆਪਣਾ। ਠੀਕ ਹੈ। ਕਿੰਨਾ ਦੁੱਧ ਪੈ ਗਿਆ, ਕੀ ਹਿਸਾਬ ਕਿਤਾਬ ਹੈ ਸਰ, ਕਦੀ ਮਿਹਨਤੀ ਨਹੀਂ ਕੀਤੀ ਸਰ ਆਪਾਂ ਅੱਜ ਤੱਕ। ਮਤਲਬ ਗਿਣਤੀ 'ਚ ਤੁਸੀਂ ਨਹੀਂ ਪੈਂਦੇ? ਸਰ ਕਦੇ ਘਟਣਾ ਅੱਧਾ ਰਹਿ ਜਾਊਗਾ, ਪੌਣਾ ਰਹਿ ਗਿਆ, ਅੱਜ ਘਟ ਗਿਆ ਸਰ, ਇਹ ਫੇਰ ਭਰ ਦੇਣਾ ਸੀ। ਅੱਛਾ। ਹਾਂਜੀ। ਮਤਲਬ ਕੱਢਦਾ ਹੀ ਰਹਿੰਦਾ, ਗੈਸ ਥੱਲੇ ਫੁੱਲ ਬਲਦਾ ਹੀ ਰਹਿੰਦਾ? ਬਿਲਕੁਲ ਬਿਲਕੁਲ ਭਾਜੀ। ਭੱਠੀ ਬਲਦੀ ਹੀ ਰਹਿੰਦੀ ਆ ਬਾਈ, ਕਹਿੰਦੇ ਅਸੀਂ ਨਹੀਂ ਬੰਦ ਕੀਤੀ, ਨਾ ਰੱਖਿਆ ਹਿਸਾਬ। ਇੱਕ ਵਾਰੀ ਇਹ ਭੱਠੀ ਚਾਲੂ ਕਰਤੀ ਫਿਰ ਨਹੀਂ ਸਰ ਬੰਦ ਕਰਨੀ, ਫਿਰ ਰਾਤੀ 9:30 ਹੀ ਬੰਦ ਕਰਨੀ ਭੱਠੀ ਸਰ ਅਸੀਂ। ਉਹ ਵੀ ਸਵੇਰੇ ਸਵਖਤੇ ਤੜਕੇ 5:30 ਵਜੇ ਇਹ ਦੁਕਾਨ ਖੁੱਲ ਜਾਂਦੀ ਹੈ, ਜਦੋਂ ਲੋਕ 11 ਵਜੇ ਉੱਠਦੇ ਆ ਅੱਜ ਦੇ ਟਾਈਮ 'ਚ। ਬਿਲਕੁਲ ਬਿਲਕੁਲ ਭਾਜੀ। ਰਜਾਈਆਂ 'ਚੋਂ ਬਿਲਕੁਲ ਆ ਜਾਂਦੇ ਆ ਜੀ। ਇੱਕ ਹੋਰ ਇਹ ਤਾਂ ਸੀਗੀ ਕੇਸਰ ਵਾਲੇ ਦੁੱਧ ਦੀ ਗੱਲ, ਔਰ ਦੂਜਾ ਜਿਹੜਾ ਬਾਈ ਦੀ ਖਾਸੀਅਤ ਆ, ਇਸ ਦੁਕਾਨ ਦੀ ਖਾਸੀਅਤ ਆ, ਸਭ ਤੋਂ ਵੱਡਾ ਜਿਹੜਾ ਵਾ ਇਹਨਾਂ ਦਾ ਗੁਲਾਬ ਜਾਮਣ ਦਾ ਸਾਈਜ਼ ਆ। ਮੈਂ ਤੁਹਾਨੂੰ ਲੈ ਕੇ ਚੱਲਦਾ ਪਿੱਛੇ, ਪਹਿਲਾਂ ਤਾਂ ਗੁਲਾਬ ਜਾਮਣ ਦਿਖਾਉਣੇ ਆ ਪਿੱਛੋਂ। ਅੱਛਾ। ਆ ਗੁਲਾਬ ਜਾਮਨ ਦਾ ਸਾਈਜ਼ ਦੇਖੋ ਬਾਈ ਜੀ, ਸਭ ਤੋਂ ਵੱਡਾ ਸਾਈਜ਼ ਆ ਇਹ, ਹਨਾ? ਬਿਲਕੁਲ ਸਰ। ਤੁਸੀਂ ਬਥੇਰੀ ਜਗ੍ਹਾ ਜਾਮਨ ਖਾਧੀ ਵੀ ਹੋਊਗੀ, ਦੇਖੀ ਵੀ ਹੋਊਗੀ। ਅਮੂਮਨ ਜਾਮਨ ਕਿਲੋ 'ਚ 22 ਤੋਂ 24 ਪੀਸ ਚੜ੍ਹਦੇ ਆ। ਜਿਹੜੀ ਭਾਜੀ ਸਾਡੀ ਜਾਮਨ ਹੈ ਇਹ ਕਿਲੋ 'ਚ 11-12 ਪੀਸ ਦੀ ਐਵਰੇਜ ਆ। ਮਤਲਬ ਉਹ 22 ਪੀਸ ਚੜ੍ਹਦੇ ਆ, ਇਹ ਅੱਧੀ ਵੀ ਰਹਿ ਜਾਂਦੀ ਹੈ। ਅੱਧੀ ਰਹਿ ਜਾਂਦੀ ਹੈ। 11 ਪੀਸ। ਇਹ ਵੀ ਨਾਲੇ ਸਰ ਜਿਹੜੀ ਸਾਡੀ ਜਾਮਨ ਆ ਅੰਦਰੋਂ ਬਿਲਕੁਲ ਨਰਮ ਹੋਊਗੀ, ਕੋਈ ਗੋਲੀ ਕੋਈ ਗੱਠ ਨਹੀਂ ਮਿਲੂਗੀ। ਓਕੇ। ਉਹਨਾਂ ਦੀ ਸਰ 22 ਜਿਹੜੀ ਕਿਲੋ 22-24 ਪੀਸ ਛੱਡ ਨਿੱਕੀ ਨਿੱਕੀ ਗੋਲੀਆਂ ਹੁੰਦੀ ਸਰ, ਉਹ 'ਚੋਂ ਵੀ ਸਰ ਗੋਲੀ ਨਿਕਲਦੀ ਅੰਦਰੋਂ ਵੀ। ਓਕੇ। ਪਰ ਸਾਡੀ ਜਾਮਨ ਤੁਹਾਨੂੰ ਕਦੀ ਗੱਠ ਨਹੀਂ ਦੇਖਣ ਨੂੰ ਮਿਲੂਗੀ ਜੀ। ਇਹ ਮੈਂ ਭੱਠੀ ਤੇ ਵੀ ਗਰਮ ਇਹ ਤਾਂ ਠੰਡੀਆਂ ਨੇ ਦੋਸਤੋ, ਆਜੋ ਤੁਹਾਨੂੰ ਭੱਠੀ ਤੇ ਵੀ ਲੈ ਕੇ ਚੱਲਦੇ ਆ। ਗਰਮ ਵੀ ਚੜੀਆਂ ਹੋਈਆਂ ਨੇ, ਗਰਮ ਗੁਲਾਬ ਜਾਮਣਾ। ਔਰ ਤੁਸੀਂ ਗਾਹਕਾਂ ਦਾ ਰਸ਼ ਦੇਖੋ, ਗਾਹਕਾਂ 'ਚ ਖੁਸ਼ੀ ਵੀ ਆ। ਸਾਡੀ ਕੁੜੀ ਆਂਦੀ ਹੈ ਕੈਨੇਡਾ ਤੋਂ, ਪਹਿਲਾਂ ਫੋਨ ਆ ਜਾਂਦਾ ਮਤਲਬ ਕੈਨੇਡਾ ਤੱਕ ਬਾਈ ਧੁੰਮ ਪਾਈ ਫਿਰਦਾ। 2 ਕਿਲੋ ਗੁਲਾਬ ਜਾਮਣਾ ਸਾਨੂੰ ਪਹਿਲਾਂ ਹੀ ਇੱਥੋਂ ਲੈ ਕੇ ਜਾਣੀਆਂ ਪੈਣੀਆਂ ਵੀ ਗੁੜੀਆ ਕੈਨੇਡਾ ਤੋਂ ਆ ਰਹੀ ਹੈ, ਨਹੀਂ ਤਾਂ ਸਾਡੀ ਤੁਸੀਂ ਹੁਣ ਗੁਲਾਬ ਜਾਮਣ ਖਾਣ ਆਏ ਹੋ? ਨਹੀਂ, ਅਸੀਂ ਕੇਸਰ ਵਾਲਾ ਦੁੱਧ ਪੀਣਾ ਹੈ। ਮੈਂ ਨਾਲ ਮੇਰੇ ਦੋਸਤ ਹੈ ਡਾਕਟਰ ਸਾਹਿਬ ਨੇ। ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੁਸੀਂ ਡਾਕਟਰ ਸਾਹਿਬ ਹੋ, ਤੇ ਡਾਕਟਰ ਸਾਹਿਬ ਇਹ ਦੱਸੋ, ਨਾਲ ਦੀ ਨਾਲ ਆਪਾਂ ਖਾਣੇ ਦੇ ਨਾਲ ਹਨਾ ਇੱਕ ਡਾਕਟਰੀ ਇਲਾਜ ਵੀ, ਕੇਸਰ ਵਾਲੇ ਦੁੱਧ ਦੇ ਫਾਇਦੇ? ਦੇਖੋ ਜੀ, ਇਮਿਊਨਿਟੀ ਵਧਾਉਂਦਾ, ਜਿੱਦਾਂ ਸਰਦੀ ਦਾ ਮੌਸਮ ਹੈ, ਹਾਂ। ਕੇਸਰ ਦੁੱਧ ਪੀਓਗੇ ਤੁਹਾਡੀ ਸਿਹਤ ਅੱਛੀ ਰਹੇਗੀ ਜੀ। ਸੋ ਮੈਂ ਤਾਂ ਅੱਜ ਕੱਲ੍ਹ ਇਹੀ ਕਹਾਂਗਾ ਵੀ ਜਿੰਨੇ ਲੋਕ ਬਾਕੀ ਨਸ਼ਿਆਂ 'ਚ ਪਏ ਹੋਏ ਨੇ, ਉਹਨਾਂ ਨੂੰ ਪੁਰਾਣੇ ਰਿਵਰਸ ਹੋਣਾ ਚਾਹੀਦਾ। ਜਿੱਦਾਂ ਸਾਡੇ ਬਜ਼ੁਰਗ ਲੋਕ ਸੀਗੇ, ਉਹ ਦੁੱਧ ਖੁਰਾਕਾਂ ਖਾਂਦੇ ਸੀਗੇ। ਜੀ। ਤੋ ਸਰਦੀ ਦੇ ਮੌਸਮ ਵਿੱਚ ਕੇਸਰ ਜਿਹੜਾ ਸਿਹਤ ਵਾਸਤੇ ਬਹੁਤ ਅੱਛਾ ਹੈ। ਮਤਲਬ ਹੁਣ ਜਿਹੜੇ ਰਜਾਈਆਂ 'ਚ ਬੈਠੇ ਆ, ਜਾਂ ਜਿਹੜੇ ਬਜ਼ੁਰਗ ਠੰਡ ਨਾਲ ਕਪਾਉਂਦੇ ਆ, ਉਹ ਕੰਮ ਦਾ ਆਵੇ ਜੀ, ਗਰਮ ਦੁੱਧ ਪੀਣਗੇ, ਰਾਹਤ ਮਿਲੇਗੀ, ਸਰੀਰ ਨੂੰ ਤਾਕਤ ਮਿਲੇਗੀ। ਜੀ। ਹਾਂਜੀ, ਬਹੁਤ ਜ਼ਰੂਰੀ ਹੈ ਪੀਣਾ ਜਿਹਦਾ। ਥੈਂਕ ਯੂ ਡਾਕਟਰ ਸਾਹਿਬ।
ਤੇ ਡਾਕਟਰ ਸਾਹਿਬ ਕਹਿੰਦੇ ਮੈਂ ਪੀ ਰਿਹਾ ਤੇ ਲੋਕਾਂ ਨੂੰ ਪੀਣ ਦੀ ਵੀ ਹਦਾਇਤ ਕਰਦਾ। ਬਾਈ ਜੀ ਵੀ ਬੈਠੇ ਆ, ਗਲਾਸ ਫੜੀ ਤੇ ਤੁਸੀਂ ਦੇਖੋ ਬਾਈ ਜੀ ਦੀ ਸਿਹਤ ਤੋਂ ਅੰਦਾਜ਼ਾ ਲਾ ਸਕਦੇ ਆ ਵੀ ਬਾਈ ਪੱਕੇ ਹੀ ਕੇਸਰ ਵਾਲਾ ਦੁੱਧ ਪੀਂਦੇ ਆ। ਹਾਂਜੀ ਪੱਕਾ ਆਉਂਦਾ ਇੱਥੇ। ਪੱਕਾ ਹੀ ਆ ਨੇ ਬਾਈ? ਪੱਕਾ ਡੇਲੀ ਇੱਕ ਟਾਈਮ ਕਿ ਦੋ ਟਾਈਮ? ਇੱਕ ਟਾਈਮ। ਇੱਕ ਟਾਈਮ ਮਤਲਬ ਜ਼ਿਆਦਾ ਵੀ ਇਹ ਹਾਨੀਕਾਰਕ ਹੋ ਸਕਦਾ ਨਾ? नहीं हानिकारक तो है नहीं, ਨਹੀਂ ਮਤਲਬ ਓਵਰਲੋਡ ਪੀਵਾਂਗੇ ਤਾਂ ਫਿਰ ਹੋਊਗਾ ਨੁਕਸਾਨ ਤਾਂ पर ਕਿਤੇ। डेली पीते हम तो एक ही बस। ਇੱਕ ਗਲਾਸ ਬਾਈ ਕਹਿੰਦਾ ਇੱਕ ਗਲਾਸ ਮੈਂ ਬੰਨਿਆ ਹੋਇਆ ਡੇਲੀ ਪੀਨੇ ਆ। ਤੁਸੀਂ ਦੇਖ ਸਕਦੇ ਹੋ। ਆ ਜੋ ਆ ਗਰਮ, ਇਹ ਗਰਮਾ ਗਰਮ ਹੈ ਬਾਈ? हाँ जी गर्मा गर्म जामुन, गर्मा गर्म गजरेला ड्राई फ्रूट। ਓਕੇ ਇਹ ਕਹਿੰਦੇ ਸਾਈਜ਼ ਇਸ ਦੁਕਾਨ ਦਾ ਸਭ ਤੋਂ हाँ ਵੱਡਾ जी हाँ जी हाँ ਖੋਦ ਮਾਰ ਕੇ ਦਿਖਾਇਆ जी सब तो बड़ा जी साडे वर्गा सेहत ਲਈ ਇਹ ਬਹੁਤ। ਕਿਤੇ ਸਾਈਜ਼ ਨਹੀਂ ਮਿਲਣਾ ਹਨਾ? ਇਹ ਕਿਤੇ ਨਹੀਂ ਮਿਲਣਾ ਜੀ ਲੁਧਿਆਣੇ ਸ਼ਹਿਰ 'ਚ। ਇਹ ਇੱਕ ਕਿੰਨੇ ਕੁ ਦੀ ਪੈ ਜਾਂਦੀ ਆ? ਹਾਂ ਜੀ ਇੱਕ ਪੀਸ ਹੈ ਗਰਮ 30 ਰੁਪਏ ਦਾ ਜੀ। ਇੱਕ ਗਰਮ ਟੀ। ਹਾਂ ਜੀ ਠੀਕ ਹੈ, ਧੰਨਵਾਦ ਬਾਈ। ਇਹ ਦੋਸਤੋ ਸਭ ਤੋਂ ਵੱਡਾ ਸਾਈਜ਼ ਗੁਲਾਬ ਜਾਮਣ ਦਾ, ਜਾਮਣ ਜਿਹਨੂੰ ਕਹਿ ਦਈਏ, ਔਰ ਇੱਕ ਪੀਸ 30 ਰੁਪਏ ਦਾ। ਪਰ ਜਦੋਂ ਪੀਸ ਵਧੀਆ ਹੋਵੇ ਨਾ ਫਿਰ ਪੈਸੇ ਨਹੀਂ ਮੈਟਰ ਕਰਦੇ ਹਨਾ। ਪੁਰਾਣੇ ਬਜ਼ੁਰਗਾਂ ਦਾ ਜਿਹੜੀ ਵਿਰਾਸਤ ਆ, ਪੁਰਾਣੇ ਬਜ਼ੁਰਗਾਂ ਦੀ ਵਿਰਾਸਤ ਸਾਂਭੀ ਆ, ਉਹਨਾਂ ਦੇ ਬੋਲ ਸਾਂਭੇ ਆ, ਉਹਨਾਂ ਦੇ ਕੋਈ ਭਾਂਡਾ ਭੁੰਡਾ ਵੀ ਸਾਂਭਿਆ ਬਾਈ? ਬਿਲਕੁਲ ਬੋਏ, ਜਿਹੜਾ ਸਾਡਾ ਪੁਰਾਣਾ ਉੱਦਾਂ ਹੁਣ ਸਾਡੀ ਦੁਕਾਨ ਦਾ ਨਾਮ ਹੈਗਾ ਸ਼ੰਕਰ ਦੀ ਹੱਟੀ, ਹਾਂ। ਪਰ ਪੁਰਾਣੇ ਬਜ਼ੁਰਗ ਸਾਨੂੰ ਬਾਟੀਆਂ ਵਾਲੇ ਦੁੱਧ ਦੇ ਨਾਂ ਤੋਂ ਵੀ ਜਾਣਦੇ ਆ। ਇਹ ਦੁਕਾਨ ਨੂੰ ਬਾਟੀਆਂ ਵਾਲਾ ਦੁੱਧ ਵੀ, ਬਾਟੀਆਂ ਵਾਲੇ ਦੁੱਧ ਵਾਲੀ ਦੁਕਾਨ? ਬਿਲਕੁਲ ਬਿਲਕੁਲ। ਜਿਹੜੇ ਪਹਿਲਾਂ ਸਾਡੀ ਮੇਰੇ ਬਜ਼ੁਰਗ ਦਾਦਾ ਜੀ ਜਾਂ ਫਾਦਰ ਸਾਹਿਬ ਬਚਪਨ ਦੇ ਵਿੱਚ ਆਪਣੇ ਪਿੱਤਲ ਦੀ ਬਾਟੀਆਂ ਦੁੱਧ ਸਰਵ ਕਰਦੇ ਸੀ, ਪਿਲਾਉਂਦੇ ਸੀਗੇ। ਅਕਸਰ ਪਿੱਤਲ ਹੀ ਹੁੰਦਾ ਸੀ ਉਦੋਂ ਹਨਾ? ਬਿਲਕੁਲ। ਸਾਡੇ ਕੋਲ ਜਿੰਨੇ ਪੁਰਾਣੇ ਭਾਂਡੇ ਸੀਗੇ ਉਹ ਸਾਰੇ ਪਿੱਤਲ ਦੇ ਸੀਗੇ, ਜੀ। ਪਰ ਸਮਾਂ ਦੇ ਹਿਸਾਬ ਨਾਲ ਜਿੰਨੇ ਸਾਰੇ ਪਿੱਤਲ ਦੇ ਭਾਂਡੇ ਸੀਗੇ ਇੱਕ ਦਾਦੇ ਦੀ ਯਾਦਗਾਰ ਨਿਸ਼ਾਨੀ ਕਰਕੇ ਸੰਭਾਲ ਕੇ ਰੱਖ ਲਏ। ਫਿਰ ਉਸ ਤੋਂ ਬਾਅਦ ਸ਼ੁਰੂ ਕਰਤੇ ਸਰ ਅਸੀਂ ਆਹ ਬਾਟੀਆਂ। ਅੱਛਾ, ਇਹ ਬਾਟੀਆਂ। ਹਾਂਜੀ ਜੀ। ਅੱਜ ਵੀ ਜਿਹੜੇ ਪੁਰਾਣੇ ਬਜ਼ੁਰਗ ਸਾਡੇ ਕੋਲ ਦੇਸ਼ਾਂ ਵਿਦੇਸ਼ਾਂ ਤੋਂ ਆਉਂਦੇ ਨੇ, ਉਰੇ ਮਿਲਣ ਆਉਂਦੇ ਆ। ਦੇਸ਼ਾਂ ਵਿਦੇਸ਼ਾਂ ਦੀ ਗੱਲ ਕੀਤੀ ਹੈ ਨਾ, ਉਹ ਬਾਈ ਕਹਿੰਦੇ ਜਿਹੜੇ ਤੁਹਾਡੇ ਕਸਟਮਰ ਬੈਠੇ ਕਹਿੰਦੇ ਕੈਨੇਡਾ ਤੋਂ ਗੁੱਡੀ ਆਉਂਦੀ ਆ ਤੇ ਪਹਿਲਾਂ ਹੀ ਕਹਿ ਦਿੰਦੀ ਆ ਵੀ ਪਾਪਾ ਉੱਥੇ ਹੀ ਦੀਆਂ ਗੁਲਾਬ ਜਾਮਣਾ। ਬਿਲਕੁਲ ਸਰ, ਜਿਵੇਂ ਬੱਚੇ ਹੁਣ ਕੋਈ ਪੇਰੈਂਟ ਬਾਹਰ ਗਏ ਨੇ ਬੱਚਿਆਂ ਨੂੰ ਮਿਲਣ ਵਾਸਤੇ, ਤਾਂ ਸਾਡੇ ਕੋਲ ਜਾਮਣ ਜਾਂ ਭੁੱਗਾ ਜਾਂ ਬਰਫੀ ਇੱਥੋਂ ਪੈਕ ਕਰਵਾ ਕੇ ਲੈ ਕੇ ਜਾਂਦੇ। ਸਪੈਸ਼ਲ ਡਿਮਾਂਡ ਕਹਿੰਦੇ ਆ ਜੀ ਕਿ ਸਾਡੇ ਭਾਈ ਨੇ ਜਾਂ ਕਿਸੇ ਨੇ ਜਾਮਣਾ ਮੰਗਾਈ ਆ ਜੀ। ਸਾਨੂੰ ਬੜੀ ਖੁਸ਼ੀ ਹੁੰਦੀ ਹੈ ਅਗਲੇ ਕਿ ਇੰਨੀ ਦੂਰ ਵਿਦੇਸ਼ਾਂ ਵੀ ਹੁਣ ਲੋਕੀ ਬੈਠੇ ਨੇ ਯਾਦ ਕਰਦੇ ਆ, ਪਿਆਰ ਕਰਦੇ ਆ। ਇਹ ਪਿਆਰ ਹੀ ਆ ਬਾਈ ਤੁਹਾਡਾ। ਤੁਸੀਂ ਕੁਆਲਿਟੀ ਦਿੰਦੇ ਹੋ, ਕੁਆਂਟੀਟੀ ਦਿੰਦੇ ਹੋ, ਔਰ ਸਭ ਤੋਂ ਵੱਡੀ ਗੱਲ ਹੈ ਤੁਸੀਂ ਸਾਫ਼ ਸਫਾਈ ਰੱਖੀ ਹੋਈ ਆ ਹਨਾ? ਸਟਾਫ ਵੀ ਸਾਫ਼ ਸੁਥਰਾ ਆ। ਬਿਲਕੁਲ ਜੀ ਬਿਲਕੁਲ। ਇੱਕ ਖੁਸ਼ੀ ਵੀ ਹੁੰਦੀ ਆ, ਚਲੋ ਆਪਾਂ ਸੇਲ ਪਰਚੇਜ਼ ਤਾਂ ਕਰਦੇ ਹੀ ਆ ਹਨਾ, ਇੱਕ ਖੁਸ਼ੀ ਹੁੰਦੀ ਹੈ ਜਦੋਂ ਆਪਾਂ ਵਧੀਆ ਚੀਜ਼ ਦਿੰਦੇ ਆ ਹਨਾ? ਬਿਲਕੁਲ ਸਰ, ਦੇਖੋ ਸਾਡੇ ਵਾਸਤੇ ਇਸ ਤੋਂ ਵਧੀਆ ਖੁਸ਼ੀ ਦੀ ਗੱਲ ਕੀ ਹੋਊਗੀ ਕਿ ਮੈਂ 3rd ਜਨਰੇਸ਼ਨ ਹੈ, ਅੱਜ ਵੀ ਪੁਰਾਣੇ ਬਜ਼ੁਰਗ ਸਾਡੇ ਕੋਲ ਆਉਂਦੇ ਆ, ਸਾਨੂੰ ਮਾਣ ਸਨਮਾਨ ਦਿੰਦੇ ਆ ਵੀ ਤੇਰੇ ਬਾਬੇ ਦੇ ਟਾਈਮ, ਤੇਰੇ ਡੈਡੀ ਦੇ ਟਾਈਮ ਦੁੱਧ ਪੀਣ ਆਉਂਦੇ ਸੀ, ਅੱਜ ਵੀ ਉਹੀ ਕੁਆਲਿਟੀ ਹੈ, ਉੱਦਾਂ ਹੀ ਤੂੰ ਸਾਰਾ ਕੁਝ ਸਾਂਭ ਕੇ ਰੱਖਿਆ ਤੇ ਸਾਨੂੰ ਇੱਕ ਆਪਣਾ ਤੇ ਫਖਰ ਮਹਿਸੂਸ ਹੁੰਦਾ ਜੀ ਕਿ ਅੱਜ ਵੀ ਸਾਨੂੰ ਲੋਕੀ ਜਿੱਦਾਂ ਪੁਰਾਣੇ ਬਜ਼ੁਰਗਾਂ ਨੂੰ ਪਿਆਰ ਕਰਦੇ, ਸਾਨੂੰ ਬੱਚੇ ਨੂੰ ਉੱਦਾਂ ਹੀ ਪਿਆਰ ਕਰਦੇ ਆ। ਜੀ, ਅਸੀਂ ਵੀ ਤੁਹਾਨੂੰ ਪਿਆਰ ਕਰਦੇ ਆ, ਤਾਂ ਹੀ ਕਰਕੇ ਤੁਹਾਡੇ ਕੋਲੇ ਆਏ ਆ ਸਪੈਸ਼ਲੀ ਵੀ ਅਸੀਂ ਵੀ ਪੀਣਾ, ਤੇ ਜਿਹੜੇ ਠੰਡ ਤੋਂ ਕੰਬਦੇ ਜੇ ਆ ਨਾ ਉਹਨਾਂ ਨੂੰ ਵੀ ਦੁੱਧ। ਪਹਿਲਾਂ ਬਾਈ ਨੂੰ ਖਵਾਉਂਦੇ ਆਪਾਂ ਇੱਕ। ਬਾਈ ਜਾਮਣ ਦਾ ਆਰਡਰ ਹੋ ਗਿਆ ਸਾਡੇ ਲਈ ਤੇ ਬਾਈ ਖਵਾ ਰਹੇ ਆ, ਅਸੀਂ ਖਾਵਾਂਗੇ ਜ਼ਰੂਰ। ਹਾਂ ਬਾਟੀ 'ਚ ਪਾ ਦਿਓ ਬਾਈ, ਆ ਬਜ਼ੁਰਗਾਂ ਵਾਲੀ ਬਾਟੀ 'ਚ ਹੀ ਪਾਓ। ਇਹ ਆ ਬਾਈ ਬਜ਼ੁਰਗਾਂ ਵਾਲਾ ਬਾਟਾ, ਤੇ ਤੁਸੀਂ ਇਹਦੇ 'ਚ ਸਾਨੂੰ ਦੁੱਧ ਦਿੱਤਾ। ਬਾਕੀ ਤੁਹਾਡਾ ਦੁੱਧ ਜਿਹੜਾ ਕਾਬਿਲੇ ਤਾਰੀਫ ਆ। ਮੈਂ ਪਹਿਲਾਂ ਪੀਵਾਂਗੇ, ਬਾਅਦ 'ਚ ਘੁੱਟੀ ਭਰੀ ਆ ਹਜੇ, ਤੇ ਬਾਈ ਵਾਕਈ ਸਵਾਦ ਬਹੁਤ ਆ। ਫੈਮਿਲੀ 'ਚ ਹੋਰ ਕੌਣ ਕੌਣ ਆ? ਫੈਮਿਲੀ ਭਾਜੀ ਦੇਖੋ, ਫਾਦਰ ਸਾਹਿਬ ਜਾਣ ਤੋਂ ਬਾਅਦ ਹੁਣ ਤਾਂ ਮੇਨ ਮੈਂ ਹੀ ਆ। ਅੱਗੇ 4th ਜਨਰੇਸ਼ਨ ਦੁਕਾਨ ਤੇ ਆਂਦੀ ਆ, ਪਰ ਮੇਰਾ ਬੇਟਾ ਹਜੇ ਬਹੁਤ ਛੋਟਾ ਵਾ। ਠੀਕ ਹੈ। ਇਹ ਕਹ ਲਓ ਕਿ ਚੌਥੀ ਪੀੜ੍ਹੀ ਵੀ ਦੁਕਾਨ ਤੇ ਪੈਰ ਰੱਖ ਚੁੱਕੀ ਸਾਡੀ ਸਰ। ਤੁਸੀਂ ਨਹੀਂ ਸੋਚਿਆ ਬਾਹਰ ਅੰਦਰ ਜਾਣ ਦਾ? ਬਿਲਕੁਲ ਨਹੀਂ ਭਾਜੀ, ਦੇਖੋ ਜਿਹੜਾ ਸਾਡਾ ਪੁਰਾਣਾ ਅੱਡਾ ਬਜ਼ੁਰਗਾਂ ਦਾ ਅੱਡਾ, ਉਹ ਸਰ ਉਹਦੇ ਤੇ ਹੀ ਬਹਿਣਾ ਮੈਂ। ਚਾਹੇ ਬਾਈ ਕਹਿੰਦਾ ਪੁਰਾਣਾ ਬਜ਼ੁਰਗਾਂ ਦਾ ਅੱਡਾ, ਬਜ਼ੁਰਗਾਂ ਦੀ ਦਿੱਤੀ ਦਾਤ ਆ, ਉਹਦੇ ਤੇ ਹੀ ਤੁਸੀਂ ਬਹਿਣਾ। ਬਿਲਕੁਲ ਸੋਚ ਲਿਆ, ਪੱਕਾ ਮਨ ਬਣਾ ਲਿਆ, ਬਿਲਕੁਲ ਜੀ। ਤੇ ਛੱਡਣਾ ਨਹੀਂ, ਭਾਵੇਂ ਚੱਲੇ, ਭਾਵੇਂ ਘੱਟ ਚੱਲੇ, ਭਾਵੇਂ ਵੱਧ ਚੱਲੇ। ਵੈਸੇ ਤਾਂ ਬਰਕਤਾਂ ਨੇ, ਵਾਹਿਗੁਰੂ ਦੀਆਂ ਚੜ੍ਹਦੀਆਂ ਕਲਾਮਾਂ ਨੇ ਬਾਈ। ਬਾਕੀ ਤੁਹਾਡੇ ਭਰਾਵਾਂ ਦਾ ਆਸ਼ੀਰਵਾਦ ਹੈ ਜੀ। ਨਹੀਂ, ਸਾਡੀਆਂ ਤਾਂ ਬੈਸਟ ਆਫ ਲੱਕ, ਬੈਸਟ ਆਫ ਵਿਸ਼ੇਸ ਜਿਹੜੀ ਹੈ ਤੁਹਾਡੇ ਨਾਲ ਆ। ਮੈਨੂੰ ਲੱਗਦਾ ਹੋਪ ਆ ਜਿਹੜੇ ਹਿਸਾਬ ਨਾਲ ਗਾਹਕਾਂ ਨਾਲ ਤੁਹਾਡਾ ਪਿਆਰ ਆ, ਤੇ ਲੋਕਾਂ ਦੀ ਵੀ ਹੈਗੀ ਆ। ਦੇਖੋ ਆਈ ਜਾਂਦੇ ਆ, ਜਾਈ ਜਾਂਦੇ ਆ ਹਨਾ? ਬਿਲਕੁਲ ਜੀ ਬਿਲਕੁਲ ਜੀ। ਤੇ ਐਂ ਹੀ ਮੈਂ ਕਹੂੰਗਾ ਰੌਣਕਾਂ ਬਣੀਆਂ ਰਹਿਣ, ਚਹਿਲਾਂ ਪਹਿਲਾਂ ਲੱਗੀਆਂ ਰਹਿਣ ਹਨਾ? ਬਿਲਕੁਲ ਬਾਈ ਜੀ ਬਿਲਕੁਲ। ਦੇਖੋ ਬਜ਼ੁਰਗ ਬੂਟਾ ਛੱਡ ਕੇ ਬੂਟਾ ਲਾਏ ਗਏ ਸੀਗੇ, ਅਸੀਂ ਤਾਂ ਫਲ ਤੋੜਦੇ ਪਏ ਆ। ਬਸ ਉਹੀ ਬੂਟੇ ਨੂੰ ਅਸੀਂ ਸਰ ਕਹਿੰਦੇ ਪ੍ਰੋਪਰ ਪਾਣੀ, ਖਾਦ ਪਾਣੀ ਦੇ ਚਲੀਏ। ਕਹਿੰਦਾ ਬਜ਼ੁਰਗਾਂ ਦਾ ਕਹਿੰਦਾ 100 ਰੁਪਏ ਛੱਡ ਜਾਾਂਗੇ, ਕਹਿੰਦਾ ਕਾਕਾ ਜੀ 101 ਨਹੀਂ ਕਰ ਸਕਦੇ, 99 ਵੀ ਨਾ ਹੋਣ ਦੇ। ਹਾਏ 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 ਹਾਏ, ਭੁੱਖਾ ਨਹੀਂ ਮਰਦਾ ਸਾਰੀ ਉਮਰ। ਕਿੱਡੀ ਵੱਡੀ ਗੱਲ ਆ ਵੀ ਬਜ਼ੁਰਗ 100 ਰੁਪਇਆ ਛੱਡ ਕੇ, ਬਾਈ ਕਹਿੰਦਾ ਵੀ ਬਜ਼ੁਰਗ ਕਹਿੰਦੇ ਜੇ 101 ਨਹੀਂ ਨਾ ਕਰ ਸਕਦਾ, 99 ਨਾ ਹੋਣ ਦੇਈ। ਤੇ
100 ਹੀ ਰੱਖਣਾ ਤੁਸੀਂ 100 ਬਿਲਕੁਲ। ਦੇ ਕੇ ਗਏ ਆ ਵੈਸੇ 101 ਹੋ ਚੁੱਕੇ ਆ ਨਹੀਂ ਦੱਸ ਦੋ ਹੱਸ ਪੇ ਦਾ ਮਤਲਬ ਹੋ ਗਿਆ ਬਿਲਕੁਲ ਬਿਲਕੁਲ ਬਾਈ ਜੀ। ਦੇਖੋ ਸਾਡੇ ਫਾਦਰ ਸਾਹਿਬ ਨੇ ਜਦੋਂ ਮੈਂ ਲਾਈਨ 'ਚ ਆਇਆ ਸੀਗਾ ਤਾਂ ਉਹਨਾਂ ਨੇ ਇੱਕੋ ਹੀ ਗੱਲ ਪੁੱਛੀ ਸੀ, ਕਹਿੰਦੇ ਕਾਕਾ ਤੂੰ ਇਹ ਕੰਮ ਕਰਨਾ ਹੈ ਕਿ ਹੋਰ ਕੰਮ ਕਰਨਾ ਹੈ, ਕਿ ਜੋ ਤੇਰਾ ਮਨ ਹੈ ਤੂੰ ਮੈਨੂੰ ਉਹ ਦੱਸ, ਕਿ ਜਿਹੜਾ ਕੰਮ ਹੋਊਗਾ ਤੈਨੂੰ ਉਹ ਕੰਮ ਕਰਾ ਕੇ ਦੇਵਾਂਗੇ। ਮੈਂ ਕਿਹਾ ਦੇਖੋ ਸਾਡੇ ਬਜ਼ੁਰਗਾਂ ਦਾ ਇੰਨਾ ਨਾਮ ਹੈ, ਇਸ ਨਾਮ ਕਰਕੇ ਕਰੋ। ਜਿਹੜਾ ਸਿਰਫ ਕੇਸਰ ਦਾ ਫਾਰਮੂਲਾ ਸੀਗਾ, ਮੇਰੇ ਫਾਦਰ ਸਾਹਿਬ ਆਪਣੇ ਸਾਬਕਾ ਰਾਸ਼ਟਰਪਤੀ ਰਹੇ ਨੇ ਸ਼ੰਕਰ ਦਿਆਲ ਸ਼ਰਮਾ ਜੀ, ਉਹਦੀ ਦੋਹਤਰੀ ਦੇ ਵਿਆਹ 'ਚ ਕੰਮ ਕਰਕੇ ਆਏ ਨੇ। ਕੀ ਬਾਤ ਹੈ। ਹਾਂਜੀ, ਐਦਾਂ ਹੀ ਆਪਣੇ ਇੱਕ ਭਲਵਾਨ ਜੀ ਸੀਗੇ ਸੈਲੀਬ੍ਰਿਟੀ ਦਾਰਾ ਸਿੰਘ ਜੀ, ਉਹਨਾਂ ਦੀ ਚੰਡੀਗੜ੍ਹ ਤੇ ਦਾਰਾ ਸਟੂਡੀਓ ਦੀ ਓਪਨਿੰਗ ਜਦੋਂ ਹੋਈ ਸੀ ਉਦੋਂ ਵੀ ਮੇਰੇ ਫਾਦਰ ਸਾਹਿਬ ਕੇਸਰ ਵਾਲਾ ਦੁੱਧ ਤੇ ਲੱਸੀ ਪਿਲਾ ਕੇ ਆਏ ਸੀ ਉੱਥੇ। ਵਾਹ, ਮਤਲਬ ਦਾਰਾ ਸਿੰਘ ਵੱਡੀ ਗੱਲ ਆ ਦੋਸਤੋ। ਦਾਰਾ ਸਿੰਘ ਵੀ ਆਉਂਦੇ ਰਹੇ ਆ, ਰਾਸ਼ਟਰਪਤੀ ਸਾਹਿਬ ਦੇ ਵੀ ਇਹ ਜਿਹੜਾ ਫੰਕਸ਼ਨ ਸੀ ਅਟੈਂਡ ਕਰਕੇ ਆਇਆ। ਬਿਲਕੁਲ ਕਿੰਨੀ ਵੱਡੀ ਗੱਲ, ਕਿੰਨੀ ਵੱਡੀਆਂ ਪ੍ਰਾਪਤੀਆਂ ਜਿਹੜੀਆਂ ਨੇ ਇਸ ਦੁਕਾਨ ਨੇ ਬਾਈ ਹੋਰਾਂ ਨੇ ਕੀਤੀਆਂ ਨੇ, ਬਾਈ ਦੇ ਪਰਿਵਾਰ ਨੇ ਕੀਤੀਆਂ ਨੇ, ਹਨਾ। ਮੈਂ ਕਿਹਾ ਫਿਰ ਤਾਂ ਹੀ ਮੈਂ ਕਿਹਾ ਜੀ, ਮੈਂ ਕਿਹਾ ਦੱਸੋ ਫਿਰ ਮੈਂ ਇਹ ਕੰਮ ਕਿਵੇਂ ਛੱਡ ਦਈਏ ਆਪਾਂ, ਹਾਂ। ਵੀ ਤੁਸੀਂ ਇੰਨਾ ਨਾਮ ਬਣਾਇਆ ਵਾ ਸ਼ਹਿਰ ਦੇ ਵਿੱਚ, ਇੰਨਾ ਕੰਮ ਕੀਤਾ ਵਾ, ਮੈਂ ਕਿਹਾ ਹੁਣ ਆਪਣਾ ਵੀ ਫਰਜ਼ ਬਣਦਾ ਪਿਆ ਆਪਾਂ ਵਧਾਈਏ ਅੱਗੇ। ਜੀ। ਐਦਾਂ ਹੀ ਹੁਣ ਕੱਲ੍ਹ ਨੂੰ ਜੋ ਮੇਰਾ ਬੇਟਾ ਬੜਾ ਹੋਊਗਾ, ਵੀ ਜਿੱਦਾਂ ਮੇਰੇ ਫਾਦਰ ਸਾਨੂੰ ਮੈਨੂੰ ਪੁੱਛਿਆ ਵੀ ਉਹਨੂੰ ਜ਼ਰੂਰ ਪੁੱਛਾਂਗੇ, ਪੁੱਤ ਵੀ ਤੂੰ ਇਹ ਕੰਮ ਕਰਨਾ ਹੈ ਕਿ ਹੋਰ ਕੰਮ ਕਰਨਾ ਹੈ। ਮਤਲਬ ਤੁਸੀਂ ਪੂਰਾ ਮਨ ਸੀਗਾ ਤੁਹਾਡਾ ਵੀ ਮੈਂ ਬਜ਼ੁਰਗਾਂ ਦੀ ਦਿੱਤੀ ਦਾਤ ਨਹੀਂ, ਇਹ ਸੰਸਕਾਰ ਹੁੰਦੇ ਆ ਬੰਦੇ ਦੇ, ਹਨਾ। ਬਿਲਕੁਲ ਜੀ, ਤੁਹਾਡੇ ਆਏ ਹੋਏ ਆ ਸੰਸਕਾਰ। ਬਿਲਕੁਲ ਜੀ, ਬਿਲਕੁਲ। ਤੇ ਜਿਹੜੀ ਪੀੜ੍ਹੀ ਅੱਜ ਦੀ ਉਹਨੂੰ ਬਾਈ ਕੀ ਕਹੋਗੇ, ਜਿਹੜੇ ਨੌਜਵਾਨ ਨੇ ਉਹ ਦੁੱਧ ਪੀਣ ਤਾਂ ਆਉਣ, ਤੇ ਹੋਰ ਮੈਸੇਜ ਕੋਈ? ਹੋਰ ਦੇਖੋ ਜੀ, ਜਿਵੇਂ ਆਪਾਂ ਕਈ ਵਾਰੀ ਹੁੰਦੇ ਨਾ, ਆਪਾਂ ਨੂੰ ਕਈ ਵਾਰੀ ਫਾਦਰ ਸਾਹਿਬ ਦੀ ਕੋਈ ਕਹਿੰਦੇ ਆ ਗੱਲਾਂ ਚੰਗੀਆਂ ਨਹੀਂ ਲੱਗਦੀਆਂ, ਪਰ ਇੱਕ ਚੀਜ਼ ਮੈਂ ਕਹੂੰਗਾ ਕਿ ਜਿਹੜਾ ਪਿਓ ਆਣਾ ਹਮੇਸ਼ਾ ਜਾਨ ਤੋਂ ਬਾਅਦ ਸਮਝ ਆਉਂਦਾ ਹਾਏ ਹਾਏ। ਵੀ ਜਿਉਂਦੇ ਜੀ ਆਪਣਾ ਕੋਈ ਬਜ਼ੁਰਗ ਆਪਾਂ ਨੂੰ ਕੁਝ ਕਹਿ ਰਹੇ ਆ ਤਾਂ ਗੱਲਾਂ 'ਚ ਅਰਥ ਹੁੰਦਾ ਵਾ। ਵੀ ਇੱਕ ਉਮਰ ਦੇ ਹਿਸਾਬ ਨਾਲ ਉਹਨਾਂ ਦੀਆਂ ਗੱਲਾਂ ਸਮਝ ਆਉਂਦੀਆਂ, ਅਰਥ ਸਮਝ ਆਉਂਦਾ ਵਾ, ਪਰ ਜਾਨੂੰ ਉਮਰ ਨਿਕਲ ਚੁੱਕੀ ਹੁੰਦੀ ਆਪਣੀਆਂ ਫਿਰ। ਇਹੀ ਆ ਵੀ ਪਹਿਲੀ ਕਲਾਸ ਦੀ ਅਕਸਰ ਸਮਝ ਜਿਹੜੀ ਆ ਉਹ ਦੂਜੀ ਤੀਜੀ 'ਚ ਜਾ ਕੇ ਪਹਿਲੀ ਕਲਾਸ ਦੀ ਜਿਹੜੀ ਸਮਝ ਆਉਂਦੀ ਹੈ। ਤੁਸੀਂ ਇਹ ਕਹਿਣਾ ਚਾਹੁੰਦੇ ਹੋ, ਵਾਕਈ ਸਹੀ ਗੱਲ ਆ, ਕਿਉਂਕਿ ਦਿਮਾਗ ਵੱਡਾ ਹੋ ਜਾਂਦਾ। ਦਿਮਾਗ ਵੱਡਾ ਭਾਈ, ਜੋ ਆਪਾਂ ਸਕੂਲੇ ਅੱਜ ਤੱਕ ਪੜ੍ਹਿਆ ਵਾ ਉਹ ਜ਼ਿੰਦਗੀ 'ਚ ਕਦੀ ਕੰਮ ਨਹੀਂ ਆਉਂਦਾ। ਆਪਾਂ ਨੂੰ ਸਕੂਲ ਸਿਰਫ ਬੋਲਣਾ ਲਿਖਣਾ ਪੜ੍ਹਨਾ ਸਿਖਾਉਂਦਾ, ਗੱਲਬਾਤ ਕਰਨੀ ਸਿਖਾਉਂਦੀ ਹੈ, ਪਰ ਜੋ ਸਹੀ ਕੰਮ ਹੈ ਉਹ ਤਾਂ ਆਪਾਂ ਨੂੰ ਜ਼ਿੰਦਗੀ ਸਿਖਾਉਂਦੀ, ਵਕਤ ਸਿਖਾਉਂਦਾ ਵਾ। ਕੀ ਬਾਤ ਹੈ। ਆਪਾਂ ਵੀ ਸਕੂਲੇ ਪੜ੍ਹੇ ਹਾਂ, ਤੁਸੀਂ ਵੀ ਪੜ੍ਹੇ ਹੋ, ਤਾਂ ਆਪਾਂ ਤਾਂ ਸਕੂਲੇ ਪੜ੍ਹਿਆ ਵਾ, ਇਹ ਕਹਿ ਸਕਦੇ ਕਿ ਸਾਨੂੰ ਟੀਚਰ ਨੇ ਵਧੀਆ ਬੋਲਣਾ ਸਿਖਾਇਆ। ਮਤਲਬ ਤੁਸੀਂ ਕਹਿ ਰਹੇ ਹੋ ਵੀ ਅਕਲ ਜਿਹੜੀ ਆ ਬਦਾਮ ਖਾਣ ਨਾਲ ਨਹੀਂ ਧੱਕੇ ਖਾਣ ਨਾਲ ਆਉਂਦੀ ਹੈ। ਬਿਲਕੁਲ ਬਿਲਕੁਲ ਜੀ, ਇਹ ਗੱਲ ਤੁਸੀਂ ਸਪਸ਼ਟ ਕਰ ਰਹੇ ਆ, ਮੰਨ ਰਹੇ ਆ, ਫੀਲ ਕਰ ਰਹੇ ਆ। ਬਿਲਕੁਲ ਬਿਲਕੁਲ। ਠੀਕ ਆ, ਬਾਈ ਕਹਿੰਦਾ ਅਕਲ ਜਿਹੜੀ ਆ ਬਦਾਮ ਖਾਣ ਨਾਲ ਨਹੀਂ ਧੱਕੇ ਖਾਣ ਨਾਲ ਆਉਂਦੀ ਹੈ। ਇਹ ਗੱਲ ਸੱਚ ਆ, ਤਜਰਬਿਆਂ ਨਾਲ ਆਉਂਦੀ ਆ। ਜਦੋਂ ਧਰਤੀ ਤੇ ਤੁਰਦੇ ਆ ਨਾ, ਪੈਰ ਥੱਲੇ ਨੂੰ ਦੇਖਦੇ ਆ, ਧਰਤੀ ਤੇ ਰਹਿੰਦੇ ਆ, ਹਵਾ 'ਚ ਉੱਡਣ ਦੀ ਕੋਸ਼ਿਸ਼ ਨਹੀਂ ਕਰਦੇ, ਫਿਰ ਅਸੀਂ ਕਾਮਯਾਬ ਹੁੰਨੇ ਆ। ਜਿਵੇਂ ਬਾਈ ਹੁਣਾਂ ਨੇ ਕਿਹਾ, ਬਜ਼ੁਰਗਾਂ ਦੀ ਦਿੱਤੀ ਦਾਤ ਆ। ਦੋ ਤਿੰਨ ਗੱਲਾਂ ਤਾਂ ਸਿੱਖਣ ਨੂੰ ਮਿਲੀਆਂ ਨੇ ਵੀਡੀਓ ਦੇ ਵਿੱਚ, ਵੀ ਬਜ਼ੁਰਗਾਂ ਦੀ ਦਿੱਤੀ ਦਾਤ ਆ। ਬਜ਼ੁਰਗ ਕਹਿੰਦੇ ਸੀ 100 101 ਕਰਦੀ, ਜੇ ਨਹੀਂ ਹੁੰਦਾ ਤਾਂ 99 ਨਾ ਹੋਣ ਦਈ, ਤੇ ਕਿੱਡੀ ਵੱਡੀ ਗੱਲ ਆ ਬਾਈ ਤੋਂ ਸਿੱਖਣ ਨੂੰ ਮਿਲੀ। ਇਸੇ ਤਰ੍ਹਾਂ ਦੀਆਂ ਸੋਹਣੀਆਂ ਸੋਹਣੀਆਂ ਸਟੋਰੀਜ਼ ਟੌਪਿਕ ਤੁਹਾਡੇ ਨਜ਼ਰ ਕਰਦੇ ਰਹਾਂਗੇ। ਤੁਸੀਂ ਬਣੇ ਰਹੋ ਡੇਲੀ ਪੋਸਟ ਪੰਜਾਬੀ ਦੇ ਨਾਲ। ਔਰ ਸਰਦੀਆਂ ਨੇ ਦੁੱਧ ਜ਼ਰੂਰ ਪੀਓ ਬਾਈ ਕੇਸਰ ਵਾਲਾ। ਤੇ ਵਿਦਾ ਲੈਨੇ ਆ, ਖੇਮਾ ਦੇ ਜਾਚਕ ਆ, ਜੇ ਕੁਝ ਵੱਧ ਘੱਟ ਬੋਲਿਆ ਗਿਆ ਹੋਵੇ। ਮਨਜੋਤ ਮਾਜਰਾ, ਕੈਮਰਾਮੈਨ ਸੁਖਵਿੰਦਰ ਦੇ ਨਾਲ, ਧੰਨਵਾਦ।